श्री वाहिगुरु साहिब जियो। एक ओंकार सतनाम करता पुरख निरभਉ निरवैर अकाल मूरत अजूनी सैभं गुर प्रसाद। ज्ञान ध्यान किछ कर्म न जाना, सार न जाना तेरी। सब ते बड़ा सतगुर नानक, जिन कल राखी मेरी। सतनाम श्री वाहिगुरु साहिब जियो। सोरठ महला पहला ते तुकी। आसा मनसा बंधनी भाई, कर्म धर्म बंध खारी। पाप पुण्य जग जाया भाई, बिन सै नाम विसारी। एह माया जग मोहनी भाई, कर्म सबे वेकारी। आसा मनसा बंधनी भाई, कर्म धर्म बंधकारी। पाप पुण्य जग जाया भाई, बिन सै नाम विसारी। एह माया जग मोहनी भाई, कर्म सबे वेकारी। सुन पंडित कर्माकारी, जित कर्म सुख उपजै पाई। सो आत्म तत् विचारी। रहाओ शास्त्र वेद बकै खड़ो भाई, कर्म करो संसारी। पाखंड मैल न चूकई भाई, अंतर मैल विकारी। इन बिद डूबी माकुरी भाई, ऊंडी सिर कै भारी। दुर्मत घनी विभूति भाई, दूजै भाए खुआई। बिन सतगुर नाम न पाइयै भाई, बिन नामै भरम न जाई। सतगुर सेवे तां सुख पाए भाई, आवन जान रहाई। वाहिगुरु जी का खालसा, वाहिगुरु जी की फतेह।
जुगो जुग अटल हाजरा हजूर ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰਮੁਖ ਸਤਸੰਗੀ ਜਨੋ, ਸਤਿਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਆਪ ਪਾਵਨ ਪਵਿੱਤਰ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹੋ। ਸਤਿਗੁਰ ਜੀ ਨੂੰ ਨਮਸਤਕ ਹੋ ਕਰਕੇ ਜੀਵਨ ਨੂੰ ਸਫਲਿਆਂ ਬਣਾ ਰਹੇ ਹੋ। ਪਾਵਨ ਪਵਿੱਤਰ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਨੰਦਿਤ ਹੋ ਰਹੇ ਸੋ। ਜਿੱਥੇ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ, ਉੱਥੇ ਚੱਲ ਰਹੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਕਥਾ ਸਰਵਣ ਕਰਨ ਹਿਤ ਆਪ ਕੁਝ ਕੁ ਸਰੀਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਇਹ ਪਾਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਤ ਹੈ। ਹਜ਼ੂਰ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਮਹਾਵਾਕ ਦਾ ਗਾਇਨ ਰਾਗ ਸੋਰਠ ਵਿੱਚ ਕਰਦੇ ਹਨ। ਅਸ਼ਟਪਦੀਆਂ ਦੀ ਬਾਣੀ ਹੈ ਔਰ ਤੇ ਤੁਕੀ ਸਰਲੇਖ ਹੇਠ ਦਰਜ ਹੈ। ਤੇ ਤੁਕੀ ਤੋਂ ਮੁਰਾਦ ਹੈ ਸ਼ਬਦ ਦੇ ਇੱਕ ਇੱਕ ਬੰਦ ਵਿੱਚ ਤਿੰਨ ਤਿੰਨ ਤੁਕਾਂ ਨੇ, ਤਿੰਨ ਤਿੰਨ ਪੰਕਤੀਆਂ ਨੇ, ਤਿੰਨ ਪੰਕਤੀਆਂ ਤੋਂ ਬਾਅਦ ਵਿਸ਼ਰਾਮ ਹੈ। ਸਤਿਗੁਰੂ ਇਸ ਪਾਵਨ ਪਵਿੱਤਰ ਸ਼ਬਦ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 635 ਤੋਂ ਆਰੰਭ ਕਰਦੇ ਨੇ ਔਰ 637 ਤੇ ਸ਼ਬਦ ਸਮਾਪਨ ਹੁੰਦਾ ਹੈ। ਸਤਿਗੁਰੂ ਜੋ ਕੁਝ ਇਸ ਸ਼ਬਦ ਵਿੱਚ ਬ੍ਰਹਮ ਗਿਆਨ ਸਾਨੂੰ ਬਖਸ਼ਿਸ਼ ਕਰਦੇ ਨੇ, ਕੁਝ ਪੰਕਤੀਆਂ ਅੱਜ ਲੈਣੇ ਆ, ਕੁਝ ਕੱਲ ਸ਼ਬਦ ਲੰਬੇ ਰਹੇ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਥੋੜੀਆਂ ਥੋੜੀਆਂ ਪੰਕਤੀਆਂ ਲੈ ਕੇ ਸ਼ਬਦ ਵਿੱਚ ਉਤਰਨਾ ਕਰੀਏ। ਕਰੋ ਰਸਨਾ ਪਵਿੱਤਰ, ਉਚਾਰਨ ਕਰੋ ਜੀ, ਅਸੀਸ ਬਖਸ਼ੋ ਜੀ, ਰਸਨਾ ਪਵਿੱਤਰ ਕਰੋ ਜੀ, ਉਚਾਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੁਣ ਪੰਡਤ ਕਰਮਾਕਾਰੀ, ਜਿਤ ਕਰਮ ਸੁਖ ਊਪਜੈ ਭਾਈ, ਸੋ ਆਤਮ ਤਤ ਵਿਚਾਰੀ। ਲਾਜ਼ਮੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਵਾਰਤਾਲਾਪ ਕਿਸੇ ਪੰਡਤ ਨਾਲ ਹੋਇਆ ਹੈ। ਪੰਡਤ ਤੋਂ ਮੁਰਾਦ ਕਿਸੇ ਖਾਸ ਵਰਗ ਜਾਂ ਸ਼੍ਰੇਣੀ ਨਾਲ ਨਾ ਲੈ ਲੈਣਾ। ਪੰਡਤ ਤੋਂ ਮੁਰਾਦ ਹੈ ਉਹ ਵਿਅਕਤੀ ਜਿਹੜਾ ਧਾਰਮਿਕ ਗ੍ਰੰਥਾਂ ਨੂੰ ਸਿਰਫ ਤੇ ਸਿਰਫ ਦਿਮਾਗੀ ਕਸਰਤ ਤੱਕ ਹੀ ਸੀਮਤ ਰੱਖਦਾ ਹੈ। ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦਾ ਸਿਰਫ ਤੇ ਸਿਰਫ ਆਪਣੇ ਰੋਜ਼ਗਾਰ ਲਈ, ਸਿਰਫ ਤੇ ਸਿਰਫ ਆਪਣੀਆਂ ਬਾਹਰੀ ਸੁੱਖ ਸੁਵਿਧਾਵਾਂ ਲਈ। ਧਾਰਮਿਕ ਗ੍ਰੰਥਾਂ ਦਾ ਵਕਤਵ ਉਸਦੀ ਜ਼ੁਬਾਨ ਤੇ ਤਾਂ ਹੁੰਦਾ, ਜੀਵਨ ਵਿੱਚ ਨਹੀਂ ਹੁੰਦਾ। ਜੋ ਧਾਰਮਿਕ ਗ੍ਰੰਥਾਂ ਨੂੰ ਸਿਰਫ ਦਿਮਾਗ ਦੇ ਵਿਚਾਰਾਂ ਤੱਕ ਹੀ ਰੱਖੇ, ਉਹ ਅਸਲ ਵਿੱਚ ਦਿਮਾਗੀ ਕਸਰਤ ਕਰਨ ਵਾਲੇ ਪੰਡਤ ਨੂੰ ਸਤਿਗੁਰੂ ਸੰਬੋਧਨ ਕਰਦੇ ਨੇ। ਇਹ ਪੰਡਤ ਹਿੰਦੂ ਹੋ ਸਕਦਾ ਹੈ, ਹਿੰਦੂ ਪੰਡਤ, ਜੈਨੀ ਪੰਡਤ ਹੋ ਸਕਦਾ ਹੈ, ਬੋਧੀ ਪੰਡਤ ਹੋ ਸਕਦਾ ਹੈ, ਈਸਾਈ ਪੰਡਤ ਹੋ ਸਕਦਾ ਹੈ, ਸਿੱਖ ਪੰਡਤ ਹੋ ਸਕਦਾ ਹੈ। ਮਜ਼ਹਬ ਕੋਈ ਵੀ ਹੋਵੇ, ਪੰਡਤ ਤੋਂ ਮੁਰਾਦ ਉਹ ਵਿਅਕਤੀ ਜੋ ਧਾਰਮਿਕ ਗਿਆਨ ਨੂੰ ਸਿਰਫ ਦਿਮਾਗ ਵਿੱਚ ਹੀ ਪਲਟਦਾ ਰਹਿੰਦਾ ਹੈ। ਕਰਮ ਜਗਤ ਨੂੰ ਐਸੇ ਕਰਦਾ ਤੇ ਐਸੇ ਪਕੜਾਉਂਦਾ ਹੈ ਜਿਨ੍ਹਾਂ ਕਰਮਾਂ ਕਰਕੇ ਦੁਨੀਆ ਦਾ ਸ਼ੋਸ਼ਣ ਹੁੰਦਾ ਰਹੇ, ਜਗਤ ਦੀ ਲੁੱਟ ਖਸੁੱਟ ਚੱਲਦੀ ਰਹੇ। ਇਸ ਨੂੰ ਕਿਸੇ ਟਾਈਮ ਤੇ ਕਬੀਰ ਸਾਹਿਬ ਨੂੰ ਇਸ ਪ੍ਰਥਾਂ ਕਹਿਣਾ ਪਿਆ। ਕਦੀ ਸਮਾਂ ਸੀ ਬਨਾਰਸ ਕਾਂਸ਼ੀ ਸਤਪੁਰਸ਼ਾਂ ਦਾ ਕੇਂਦਰ ਰਹੇ, ਕਦੀ ਸਮਾਂ ਸੀ ਬਨਾਰਸ ਦੀ ਧਰਤੀ ਤੇ ਕਦੀ ਪਰਮਾਤਮਾ ਦੇ ਰੱਬੀ ਨਗਮੇ ਬਹਿੰਦੇ ਰਹੇ ਨੇ। ਸਮਾਂ ਗੁਜ਼ਰੇ, ਸਮੇਂ ਗੁਜ਼ਰਨ ਤੋਂ ਬਾਅਦ ਹੌਲੀ ਹੌਲੀ ਦਿਮਾਗੀ ਕਸਰਤ ਵਾਲੇ ਲੋਕ ਉੱਥੇ ਜ਼ਿਆਦਾ ਹੋ ਗਏ।
ਔਰ ਉਹ ਲੋਕ ਜਿਹੜੇ ਧਰਮ ਦੇ ਕਰਮ ਕਾਂਡ ਵਿੱਚ ਲੋਕਾਂ ਦਾ ਸ਼ੋਸ਼ਣ ਕਰਦੇ ਸਨ, ਉਹਨਾਂ ਦੀ ਤਾਦਾਦ ਵੱਧ ਗਈ। ਕਬੀਰ ਸਾਹਿਬ ਦੇ ਟਾਈਮ ਤੇ ਬਨਾਰਸ ਸੰਤਾਂ ਦਾ ਗੜ੍ਹ ਨਾ ਰਿਹਾ, ਠੱਗਾਂ ਦਾ ਗੜ੍ਹ ਹੋ ਗਿਆ। ਤੇ ਕਬੀਰ ਸਾਹਿਬ ਜੀ ਨੂੰ ਉਸ ਵਕਤ ਫਿਰ ਕਹਿਣਾ ਪਿਆ, ਗਲੇ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਪੱਗ, ਓਏ ਹਰ ਕੇ ਸੰਤ ਨ ਆਖੀਐ, ਬਨਾਰਸ ਕੇ ਠੱਗ। ਇਹ ਤੇ ਬਨਾਰਸ ਦੇ ਠੱਗ ਨੇ, ਹਰੀ ਦੇ ਸੰਤ ਨਹੀਂ ਨੇ। ਹਰੀ ਦਾ ਸੰਤ ਹਰੀ ਦੇ ਨਾਮ ਤੇ ਕਿਸੇ ਦੀ ਲੁੱਟ ਖਸੁੱਟ ਨਹੀਂ ਕਰਦਾ। ਗੁਰਮੁਖੋ ਜਦ ਵੀ ਕੋਈ ਰਹਿਬਰ ਆਉਂਦਾ ਹੈ ਨਾ, ਉਹ ਧਰਮ ਦੇ ਨਾਂ ਤੇ ਜਿਹੜੀ ਲੁੱਟ ਖਸੁੱਟ ਹੋ ਰਹੀ ਹੁੰਦੀ ਹੈ ਨਾ, ਉਸ ਤੋਂ ਆਮ ਮਖਲੂਕਾਤ ਨੂੰ ਨਜ਼ਾਤ ਦਿਵਾਉਣ ਵਾਸਤੇ ਆਉਂਦਾ ਹੈ। ਹਜ਼ਰਤ ਈਸਾ ਜਦ ਆਏ, ਯਹੂਦੀਆਂ ਨੇ ਯਹੂਦੀ ਮਜ਼ਹਬ ਨੂੰ ਲੈ ਕੇ ਇਤਨੀ ਧਰਮ ਦੇ ਨਾਂ ਤੇ ਲੁੱਟ ਖਸੁੱਟ ਕੀਤੀ ਸੀ। ਬੰਦਾ ਧਰਮ ਦੀ ਕੋਈ ਕਿਰਿਆ ਕਰਨ ਲਈ ਇਹਨਾਂ ਪਾਸ ਜਾਂਦਾ ਸੀ ਤੇ ਲੋਨ ਦਿੰਦੇ ਸਨ, ਕਰਜ਼ਾ ਦਿੰਦੇ ਸਨ, ਵਿਆਜ ਦਰ ਵਿਆਜ। ਬੰਦਾ ਮੁੱਕ ਜਾਂਦਾ ਸੀ, ਵਿਆਜ ਨਹੀਂ ਸੀ ਮੁੱਕਦਾ। ਹਜ਼ਰਤ ਈਸਾ ਨੂੰ ਤੇ ਆਪਣੀ ਕਠੋਰਤਾ ਵੀ ਇਹਨਾਂ ਦੇ ਤਲ ਤੇ ਪ੍ਰਗਟ ਕਰਨੀ ਪਈ। ਭਾਵ ਹਿਰਦੇ ਤੋਂ ਤਾਂ ਨਿਰਮਲ ਸੀ। ਕਹਿੰਦੇ ਨੇ ਜਦ ਉਸ ਮੰਦਰ ਵਿੱਚ ਪਹੁੰਚੇ, ਯਹੂਦੀਆਂ ਦੇ ਤੇ ਹੱਥ ਵਿੱਚ ਡੰਡਾ ਲੈ ਕੇ ਉਹਨਾਂ ਸਾਰੇ ਜਿਹੜੇ ਵਪਾਰੀ ਸਨ ਧਰਮ ਦੇ ਨਾਂ ਤੇ, ਧਾਰਮਿਕ ਵਿਅਕਤੀ, ਉਹਨਾਂ ਨੂੰ ਕੁੱਟਿਆ, ਉਹਨਾਂ ਦੀਆਂ ਦੁਕਾਨਾਂ ਦੀ ਭੰਨ ਤੋੜ ਕੀਤੀ। ਭਾਵ ਇਹ ਧਰਮ ਦਾ ਕਰਮ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਆਏ, ਉਹਨਾਂ ਨੇ ਵੀ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਜਿਹੜੇ ਲੋਕ ਧਰਮ ਦੇ ਕਰਮ ਕਾਂਡਾਂ 'ਚ ਵਿੱਚ ਫਸ ਕੇ ਆਪਣਾ ਜੀਵਨ ਵਿਅਰਥ ਗਵਾ ਰਹੇ ਸਨ, ਨਿਕਾਲਣਾ ਚਾਹਿਆ। ਇਹ ਗੱਲ ਵੱਖਰੀ ਹੈ। ਰਹਿਬਰ ਜਦ ਗੁਜ਼ਰ ਜਾਂਦਾ ਹੈ, ਉਮਤ ਤੇ ਤਿਆਰ ਹੀ ਰਹਿੰਦੀ, ਫਿਰ ਉਹਦੇ ਬੋਲਾਂ ਦਾ ਹੋਰ ਕਰਮ ਕਾਂਡ ਸ਼ੁਰੂ ਕਰ ਲੈਂਦੀ ਹੈ। ਇਹ ਨਾ ਸਮਝਣਾ ਅਸੀਂ ਕਰਮ ਕਾਂਡ ਤੋਂ ਮੁਕਤ ਹੋ ਗਏ, ਨਹੀਂ, ਆਪਣੇ ਢੰਗ ਦੇ ਕਰਮ ਕਾਂਡ ਨਵੇਂ ਪੈਦਾ ਕਰ ਲਏ। ਮਨੁੱਖ ਤੇ ਵੈਸਾ ਹੀ ਹੈ, ਮਨੁੱਖ ਤੇ ਨਹੀਂ ਬਦਲਦਾ, ਅਵਤਾਰ ਤੇ ਜ਼ੋਰ ਲਗਾਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਜਦ ਇਹ ਪਾਵਨ ਸ਼ਬਦ ਉਚਾਰਦੇ ਨੇ, ਮਾਫ ਕਰ ਦੇਣਾ, ਸੁਣਨ ਦੀ ਸ਼ਕਤੀ ਵੀ ਰੱਖਣੀ। ਜਦ ਇਹ ਸ਼ਬਦ ਉਚਾਰਦੇ ਸਨ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲੇ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਜਦ ਇਹ ਪਾਵਨ ਸ਼ਬਦ ਉਚਾਰੇ, ਬੜੇ ਅਗੰਮੀ ਰਹੱਸ ਨੂੰ ਪ੍ਰਗਟ ਕਰਦੇ ਨੇ। ਗੁਰਮੁਖ ਜਿਹੜੇ ਰਹਿਬਰ ਹੁੰਦੇ ਨੇ ਨਾ, ਇਹ ਪ੍ਰਕਿਰਤੀ ਨੂੰ ਡਿਫੈਂਸ ਦੇ ਕੇ ਚੱਲਦੇ, ਪ੍ਰਕਿਰਤੀ ਦਾ ਨੁਕਸਾਨ ਨਹੀਂ ਕਰਦੇ ਔਰ ਚਾਹੁੰਦੇ ਨਹੀਂ ਪ੍ਰਕਿਰਤੀ ਨੂੰ ਕੋਈ ਚੋਟ ਕਰੇ। ਪ੍ਰਕਿਰਤੀ ਤੇ ਖੁਦਾ ਦੀ ਭੇਟ ਚੜੀ ਹੋਈ ਹੈ, ਇੱਕ ਬੰਦਾ ਹੀ ਜਿਹੜਾ ਨਹੀਂ ਚੜਦਾ। ਫੁੱਲ ਤੇ ਟਾਹਣੀ ਨਾਲ ਲੱਗਿਆ, ਖੁਦਾ ਨਾਲ ਚੜਿਆ ਹੀ ਹੈ, ਹੋਰ ਕਿਤੇ ਤੋੜ ਕੇ ਚਾੜੋਗੇ ਇਸ ਨੂੰ? ਹੋਰ ਕਿੱਥੇ ਖੜੋਗੇ ਇਸ ਫੁੱਲ ਨੂੰ ਤੋੜ ਕੇ? ਕਬੀਰ ਸਾਹਿਬ ਤਦੇ ਤੋਂ ਕਹਿੰਦੇ ਨੇ, ਪਾਤੀ ਤੋੜੈ ਮਾਲਣੀ, ਪਾਤੀ ਪਾਤੀ ਜੁਈਓ, ਜਿਸ ਪਾਹਨ ਕੋ ਪਾਤੀ ਤੋੜੈ, ਸੋ ਪਾਹਨ ਨਿਰਜੀਓ। ਜਿਸ ਨੂੰ ਖਿੜੇ ਹੋਏ ਫੁੱਲ ਚੋਂ ਬ੍ਰਹਮ ਨਹੀਂ ਦਿਖਾਈ ਦਿੱਤਾ, ਤੋੜ ਕੇ ਖਾਕ ਦਿਖਾਈ ਦੇਵੇਗਾ। ਫੁੱਲਾਂ ਨੂੰ ਤੋੜ ਕੇ ਕਿਸੇ ਖਾਸ ਜਗ੍ਹਾ ਅਰਪਣ ਕਰਨਾ ਇਹ ਕੋਈ ਧਰਮ ਨਹੀਂ ਹੈ। ਸਗੋਂ ਫੁੱਲ ਨੂੰ ਤੋੜਨ ਵਾਲਾ ਗੁਰੂ ਨਾਨਕ ਸਾਹਿਬ ਜੀ ਦੇ ਦਿਲ ਤੇ ਚੋਟ ਤੋਂ ਕਰਦਾ ਹੋਵੇਗਾ, ਪ੍ਰਸੰਨਤਾ ਨਹੀਂ ਲੈ ਪਾਏਗਾ। ਉਹ ਜਾਣਦੇ ਨੇ, ਫਿਰ ਕਹਿਣ ਦੀ ਕੀ ਜ਼ਰੂਰਤ ਸੀ? ਇਹ ਸਾਰੀ ਬਨਸਪਤੀ ਖਿੜੀ ਹੈ, ਹੇ ਪ੍ਰਭੂ, ਜਿੱਥੇ ਜਿੱਥੇ ਕੋਈ ਫੁੱਲ ਖਿੜਿਆ ਤੇਰੀ ਆਰਤੀ ਵਿੱਚ ਉਹ ਸ਼ਾਮਲ ਹੈ। ਤੂੰ ਤੋੜ ਕੇ ਉਸ ਦੀ ਆਰਤੀ ਵਿੱਚ ਵਿਘਨ ਪਾ ਰਿਹਾ ਹੈ। ਫੁੱਲ ਤੋਂ ਆਰਤੀ ਉਤਾਰ ਹੀ ਰਿਹਾ ਹੈ। ਆਰਤੀ ਤੇ ਉਦੋਂ ਹੀ ਉਤਰਨੀ ਹੈ ਜਦੋਂ ਤੂੰ ਆਪਣੇ ਆਪ ਨੂੰ ਸਵੈਮ ਨੂੰ ਗੁਰੂ ਦੇ ਚਰਨਾਂ 'ਚ ਅਰਪਣ ਕਰਦੇ। ਬੰਦਾ ਬੜਾ ਚਾਲਬਾਜ਼ ਹੈ, ਆਪਣਾ ਆਪ ਤੇ ਬਚਾ ਲੈਂਦਾ। 4 ਕੁ ਫੁੱਲ ਤੋੜ ਲੈ ਆਇਆ, ਹੋਰ ਗਹਿਰਾ ਚਲਿਆ ਗਿਆ। ਨਾਰੀਅਲ ਦੇਖਣ ਨੂੰ ਵੀ ਉਹ ਸਿਰ ਜੈਸਾ ਲੱਗਦਾ, ਨਾਰੀਅਲ ਚੜਾ ਦਿਓ, ਲੱਗਦਾ ਜਿਵੇਂ ਆਪਣਾ ਆਪਾ ਹੀ ਦੇ ਦਿੱਤਾ। ਬੰਦਾ ਪਦਾਰਥ ਤੇ ਚੜਾਉਂਦਾ ਰਹਿੰਦਾ, ਗੁਰੂ ਪਦਾਰਥ ਦੀ ਮੰਗ ਨਹੀਂ ਰੱਖਦਾ। ਗੁਰੂ ਤੇ ਉਦੋਂ ਹੀ ਪ੍ਰਸੰਨ ਹੁੰਦਾ ਜਦੋਂ ਤੂੰ ਆਪਣੇ ਆਪ ਨੂੰ ਚੜਾਦਾ ਹੈ। ਇੱਕ ਸ਼ਬਦ ਅਸੀਂ ਵਰਤਦੇ ਹਾਂ, ਅਸੀਂ ਕਹਿੰਦੇ ਮੈਂ ਗੁਰਦੁਆਰੇ ਹੋ ਕੇ ਆਇਆ। ਹਿੰਦੂ ਵੀਰ ਹੋਏਗਾ ਕਹੇਗਾ ਮੈਂ ਮੰਦਰ ਹੋ ਕੇ ਆਇਆ, ਮੁਸਲਿਮ ਹੋਏਗਾ ਕਹੇਗਾ ਮਸਜਿਦ ਹੋ ਕੇ ਆਇਆ। ਹੱਲੇ ਤੋਂ ਇਹ ਹੋ ਕੇ ਆ ਰਿਹਾ, ਹੋ ਕੇ ਆ ਜਾਂਦਾ ਹੈ। ਸੱਚ ਗੱਲ ਹੈ,
ਜਿਸ ਦਿਨ ਸੱਚਮੁੱਚ ਕੋਈ ਗੁਰਦੁਆਰ ਚਲਿਆ ਜਾਏ ਫਿਰ ਵਾਪਸ ਨਹੀਂ ਆਉਂਦਾ। ਜਿਸ ਦਿਨ ਸੱਚਮੁੱਚ ਕੋਈ ਮੰਦਰ ਵਿੱਚ ਪ੍ਰਵਿਸ਼ਟ ਹੋ ਜਾਏ ਫਿਰ ਨਿਕਾਸ ਨਹੀਂ, ਵਾਪਸੀ ਨਹੀਂ ਹੁੰਦੀ। ਕਦੀ ਕਿਸੇ ਨਦੀ ਨੇ ਇਸ ਤਰ੍ਹਾਂ ਕਿਹਾ ਵੀ ਮੈਂ ਸਾਗਰ ਵਿੱਚੋਂ ਹੋ ਕੇ ਆਈ। ਸਾਗਰ ਵਿੱਚ ਤੇ ਸਿਰਫ ਇੱਕ ਦਫਾ ਗਿਰਨ ਦਾ ਦੁਆਰ ਹੈ, ਵਾਪਸੀ ਦਾ ਦੁਆਰ ਹੀ ਕੋਈ ਨਹੀਂ ਹੈ। ਪਰਮਾਤਮਾ ਵਿੱਚ, ਗੁਰਦੁਆਰ ਵਿੱਚ ਸਿਰਫ ਜਾਣ ਦਾ ਦੁਆਰ ਹੈ, ਵਾਪਸੀ ਨਹੀਂ ਹੁੰਦੀ। ਬੰਦ ਕੱਟ ਦਿਓ ਤਾਂ ਵਾਪਸੀ ਨਾ ਹੋਈ। ਸੀਸ ਤੇ ਆਰਾ ਚੱਲ ਗਿਆ, ਜਗਤ ਕਹਿੰਦਾ ਸੀ ਵਾਪਸ ਆਓ, ਨਹੀਂ ਵਾਪਸ ਆ ਸਕੇ। ਉੱਥੋਂ ਵਾਪਸੀ ਹੁੰਦੀ ਨਹੀਂ, ਕੋਈ ਉਪਾਏ ਨਹੀਂ ਹੈ। ਹਾਂ, ਸਾਡੀ ਫਿਤਰਤ ਜਿਸ ਦੁਨੀਆ 'ਚ ਅਸੀਂ ਜੀਨੇ ਆ, ਬਸ ਆਉਨੇ ਆ ਜਾਂਦੇ ਆ। ਬੰਦਾ ਵਾਪਸ ਤਾਂ ਹੀ ਜਾਂਦਾ ਹੈ ਕਿਉਂਕਿ ਆਪਣਾ ਆਪਾ ਨਹੀਂ ਚੜਾ ਪਾਇਆ। ਜੋ ਆਪਣੇ ਆਪ ਨੂੰ ਇੱਥੇ ਛੋੜ ਜਾਂਦਾ ਹੈ ਵਾਪਸ ਨਹੀਂ ਪਰਤਦਾ। ਤੋ ਧਰਮ ਦੇ ਨਾਂ ਤੇ ਕਰਮ ਕਾਂਡ ਚੱਲਦਾ ਹੀ ਰਹਿੰਦਾ ਹੈ, ਇਹ ਬੰਦ ਨਹੀਂ ਹੁੰਦਾ। ਅਵਤਾਰ ਰਹਿਬਰ ਜ਼ੋਰ ਦੇ ਕੇ ਕਹਿ ਜਾਂਦੇ ਨੇ ਇਸ ਤਰ੍ਹਾਂ ਕਰਨ ਨਾਲ ਕੁਛ ਨਹੀਂ ਹੁੰਦਾ। ਪਹਿਲੇ ਸਮਾਂ ਹੋਰ ਸੀ, ਅੱਗੇ ਸਰਾਧ ਖਾਣ ਵਾਸਤੇ ਤਿਲਕਧਾਰੀ ਪੰਡਤ ਜਾਂਦੇ ਸਨ। ਹੁਣ ਮੇਰੇ ਜੈਸੇ ਕਿਰਪਾਨਾਂ ਪਾਉਣ ਵਾਲੇ ਸਰਾਧ ਖਾਣ ਵਾਸਤੇ ਜਾਂਦੇ ਨੇ ਘਰਾਂ ਵਿੱਚ। ਬਾਤ ਤੇ ਵੈਸੀ ਹੈ, ਬਾਤ ਤੋਂ ਨਹੀਂ ਬਦਲਦੀ ਕਿਧਰੇ ਵੀ। ਸਤਿਗੁਰੂ ਬੇਸ਼ੱਕ ਕਹਿੰਦੇ ਨੇ ਜੋ ਪ੍ਰਾਣੀ ਨੇ ਕਰਮ ਇਸ ਜਗਤ ਵਿੱਚ ਕੀਤੇ ਨੇ, ਅੰਤਿਮ ਸਮੇਂ ਉਹੀ ਸਾਥ ਨਿਭਣਗੇ। ਬਾਅਦ ਵਿੱਚ ਜੋ ਵੀ ਇਹ ਪੂਜਾ ਪਾਠ ਹੈ, ਗੁਰਬਾਣੀ ਸੁਣਨੀ ਹੈ, ਜੋ ਪਿੱਛੇ ਬਚ ਗਏ ਨੇ ਉਹਨਾਂ ਵਾਸਤੇ ਹੈ। ਪਰ ਹੁਣ ਗੱਲ ਹੀ ਉਲਟੀ ਹੈ, ਵੈਸਾ ਹੀ ਚੱਲਦਾ ਹੈ। ਪ੍ਰਾਣੀ ਗੁਜ਼ਰ ਗਏ, ਚੜਾਓ ਬਿਸਤਰਾ, ਲੈ ਆਓ ਬਰਤਨ। ਮੈਂ ਅੱਗੇ ਵੀ ਕਹਿੰਦਾ ਦਾਨ ਕਰਨਾ ਚੰਗੀ ਗੱਲ ਹੈ, ਪਰ ਕਿਸੇ ਭਰਮ ਅਧੀਨ ਕੀਤਾ ਦਾਨ ਕਿਧਰੇ ਨਹੀਂ ਖੜਦਾ। ਉਹ ਤੇ ਭਰਮ ਨੂੰ ਸਗੋਂ ਹੋਰ ਮਜ਼ਬੂਤ ਕਰ ਦੇਗਾ, ਮੁਕਤੀ ਦਾ ਦੁਆਰ ਨਹੀਂ ਬਣੇਗਾ। ਐਸੀ ਬਾਤ ਹੀ ਸਤਿਗੁਰੂ ਇਸ ਵਿੱਚ ਵਰਣਨ ਕਰਦੇ ਨੇ। ਸੁਣ ਪੰਡਤ ਕਰਮਾਕਾਰੀ, ਹੇ ਕਰਮ ਕਾਂਡ ਵਿੱਚ ਫਸੇ ਹੋਏ ਪੰਡਤ ਸੁਣ। ਜਿਸ ਤਰੀਕੇ ਨਾਲ ਤੂੰ ਕਰਮ ਕਾਂਡ ਵਿੱਚ ਫਸੇ ਇਵੇਂ ਪ੍ਰਭੂ ਨਹੀਂ ਮਿਲਦਾ, ਇਵੇਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਤੇਰਾ ਸਾਰਾ ਹੀ ਕਰਮ ਕਾਂਡ ਦੁਨੀਆ ਨੂੰ ਦਿਖਾਲਣ ਵਾਸਤੇ ਹੈ, ਦੁਨੀਆ ਦੀ ਲੁੱਟ ਖਸੁੱਟ ਕਰਨ ਵਾਸਤੇ ਹੈ, ਜਗਤ ਨੂੰ ਰਿਝਾਉਣ ਵਾਸਤੇ ਹੈ, ਆਪਣੇ ਆਪ ਨੂੰ ਬਦਲਣ ਵਾਸਤੇ ਨਹੀਂ। ਦੇਖੋ ਇਹ ਕਥਾ ਮੈਂ ਕਰ ਰਿਹਾ ਹਾਂ, ਅਗਰ ਇਸ ਕਥਾ ਦਾ ਕੋਈ ਭਾਵ ਮੇਰੇ ਹਿਰਦੇ ਤੇ ਅਸਰ ਨਹੀਂ ਰੱਖਦਾ, ਮੇਰੇ ਹਿਰਦੇ ਨੂੰ ਕੋਈ ਪ੍ਰਵਾਹਿਤ ਨਹੀਂ ਕਰਦਾ, ਸਿਰਫ ਫਿਰ ਤੁਹਾਨੂੰ ਭੁਲੇਖਾ ਪਾਉਣ ਵਾਲੀ ਬਾਤ ਹੈ। ਇਹ ਕਥਾ ਮੈਨੂੰ ਜੀਵਨ 'ਚ ਕਿਧਰੇ ਨਹੀਂ ਖੜੇਗੀ। ਇਹ ਤੇ ਉਸ ਟ੍ਰੈਫਿਕ ਪੁਲਿਸ ਦੇ ਇੱਕ ਅਨਿਆਈ ਵਾਲੀ ਗੱਲ ਹੈ ਜੋ ਚੌਂਕ ਵਿੱਚ ਖੜਾ ਰਹਿੰਦਾ, ਇਸ਼ਾਰੇ ਕਰਦਾ ਰਹਿੰਦਾ, ਸੱਜੇ ਮੁੜ ਜਾਓ, ਖੱਬੇ ਮੁੜ ਜਾਓ, ਸਿੱਧੇ ਚਲੇ ਜਾਓ। ਸੁਣਨ ਵਾਲੇ ਤੇ ਹੋ ਸਕਦਾ ਕਿਧਰੇ ਪਹੁੰਚ ਵੀ ਜਾਣ, ਪਰ ਆਪ ਉਹ ਸਾਰੀ ਉਮਰ ਉਸ ਚੌਂਕ 'ਚ ਹੀ ਲਗਾ ਦਿੰਦਾ ਹੈ। ਕਰੀਬਨ ਧਾਰਮਿਕ ਸ਼੍ਰੇਣੀ ਐਸੀ ਹੈ ਜਿਸ ਨੂੰ ਕਬੀਰ ਸਾਹਿਬ ਕਹਿੰਦੇ ਨੇ ਵੀ ਹੋਰਨਾਂ ਨੂੰ ਤੇ ਬੰਦਾ ਉਪਦੇਸ਼ ਕਰਦਾ, ਆਪਣੇ ਆਪ ਨੂੰ ਬਦਲਦਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਹਿੰਦੇ ਨੇ ਅਵਰ ਉਪਦੇਸ਼ੈ ਆਪ ਨਾ ਕਰੇ। ਜਗਤ ਨੂੰ ਉਪਦੇਸ਼ਦਾ ਸਵੈਮ ਤੇ ਉਸ ਦੀ ਕੋਈ ਚੋਟ ਨਹੀਂ ਹੈ। ਇੱਕ ਸੱਤੇ ਮੈਂ ਹੋਰ ਤੁਹਾਡੇ ਸਮਕਸ਼ ਰੱਖ ਦਿੰਦਾ, ਖੁਦ ਮੈਂ ਸੰਮਿਲਿਤ ਹਾਂ ਇਸ ਵਿੱਚ। ਸੱਚ ਗੱਲ ਹੈ ਗੁਰਮੁਖੋ, ਜਦ ਤੱਕ ਕੋਈ ਪ੍ਰਭੂ ਨੂੰ ਪਾ ਨਾ ਲੈ, ਉਤਨੀ ਦੇਰ ਪ੍ਰਭੂ ਬਾਰੇ ਬੋਲਣ ਦਾ ਉਸ ਨੂੰ ਅਧਿਕਾਰ ਹੀ ਨਹੀਂ ਹੈ। ਇਹ ਗੱਲ ਵੱਖਰੀ ਅਸੀਂ ਵਕਤਵ ਦੇ ਰਹੇ ਕਰ ਰਹੇ ਹਾਂ। ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ, ਉਹ 22 ਦੇ 22 ਵਿਅਕਤੀ ਜਾਗਰਤ ਸਨ। ਉਹ 22 ਦੇ 22 ਵਿਅਕਤੀ ਸਿਰਫ ਕਰਮਕਾਂਡੀ ਨਹੀਂ ਸਨ, ਸਿਰਫ ਦਿਮਾਗੀ ਕਸਰਤ ਵਾਲੇ ਨਹੀਂ ਸਨ। ਉਹਨਾਂ ਦਾ ਅੰਤਿਸ਼ਕਰਨ ਜਾਗਿਆ ਸੀ, ਫਿਰ ਜਗਾਉਣ ਤੁਰੇ ਨੇ। ਸੁੱਤਾ ਸੁੱਤੇ ਨੂੰ ਕੀ ਜਗਾਏਗਾ? ਤਦੇ ਤੇ ਸਾਡੇ ਸੁੱਤਿਆਂ ਦੇ ਦਿੱਤੇ ਹੋਏ ਉਪਦੇਸ਼ ਜਗਤ ਵਿੱਚ ਦਵੰਦ ਤੋਂ ਪੈਦਾ ਕਰਦੇ ਨੇ, ਕਿਸੇ ਤੇ ਜੀਵਨ ਵਿੱਚ ਰੋਸ਼ਨਾਈ ਦੀ ਚਿਣਗ ਨਹੀਂ ਪੈਦਾ ਕਰਦੇ। ਪ੍ਰਭੂ ਦੇ ਪਰਥਾਏ ਉਹੀ ਉਤਰਾਧਿਕਾਰੀ ਹੈ ਬੋਲਣ ਦਾ ਜੋ ਪ੍ਰਭੂ ਨੂੰ ਪਾ ਲੈ। ਕਿਸੇ ਵੀ ਰਹਿਬਰ ਨੂੰ ਦੇਖਣਾ, ਜਦ ਤੱਕ ਉਹ ਪ੍ਰਭੂ ਨੂੰ ਪਾ ਨਹੀਂ ਲੈਂਦੇ ਉਤਨੀ ਦੇਰ ਤੱਕ ਕੋਈ ਵੀ ਸ਼ਬਦ ਬੋਲਦੇ ਨਹੀਂ ਗਏ। ਖੈਰ ਅਲੱਗ ਸਬਜੈਕਟ ਹੈ। ਸਤਿਗੁਰੂ ਸਾਡੇ ਜੈਸੇ ਕਿਸੇ ਪੰਡਤ ਨੂੰ ਸਮਝਾਵਣਾ ਕਰਦੇ ਨੇ। ਅਸਲ ਵਿੱਚ ਅੱਜ ਦੇ ਸਮੇਂ 'ਚ ਇਸ ਪੰਕਤੀ ਦੇ ਅਰਥ ਸਾਡੇ ਤਲਤੇ ਨੇ।
ਸੁਣ ਪੰਡਤ ਕਰਮਾਕਾਰੀ। ਇਹ ਕਰਮਾਂ ਵਿੱਚ ਲਿਪਤ ਪੰਡਤ ਸੁਣ, ਜਗਤ ਨੂੰ ਲੁੱਟਣ ਵਾਸਤੇ ਸਭ ਕਰਮ ਕਰ ਰਹੇ। ਪ੍ਰਭੂ ਨਾਲ ਤੈਨੂੰ ਪ੍ਰੇਮ ਨਹੀਂ ਹੈ, ਤੂੰ ਕਰਮ ਵਿੱਚ ਹੀ ਲਿਪਤ ਹੈ। ਕਰਮ ਵਿੱਚ ਹੀ ਜਗਤ ਨੂੰ ਭੁਲੇਖੇ ਵਿੱਚ ਪਾਇਆ ਹੋਇਆ ਹੈ, ਜਿਸ ਨੂੰ ਸਤਿਗੁਰ ਜੀ ਇੰਝ ਵੀ ਕਹਿੰਦੇ ਨੇ ਭਈ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਜੇ ਬ੍ਰਹਮ ਨੂੰ ਜਾਣ ਲੈ ਤੇ ਤੇਰੇ ਕੀਤੇ ਹੋਏ ਸਭ ਕਰਮ ਬੇਕਾਰ ਨੇ। ਅਗਰ ਬ੍ਰਹਮ ਨੂੰ ਪਾ ਲਿਆ ਫਿਰ ਇਹ ਕਰਮ ਸਾਰੇ ਵਿਅਰਥ ਨੇ। ਪਰਮਾਤਮਾ ਤੇਰਾ ਨਿਸ਼ਚਾ ਹੋਵੇ, ਪਰਮਾਤਮਾ ਤੇਰਾ ਕੇਂਦਰ ਹੋਵੇ। ਹਜ਼ੂਰ ਕਹਿੰਦੇ ਨੇ ਹੇ ਕਰਮ ਕਾਂਡੀ, ਇਹ ਕਰਮਾਂ ਵਿੱਚ ਫਸੇ ਹੋਏ ਪੰਡਤ ਸੁਣ, ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ। ਜਿਸ ਕਰਮ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ, ਜਿਸ ਕਰਮ ਦੇ ਨਾਲ ਆਤਮਿਕ ਸੁਖ ਪ੍ਰਾਪਤ ਹੋਣਾ ਹੈ, ਉਹ ਤੇ ਕਰਮ ਹੈ ਆਤਮ ਤਤ ਦੀ ਵਿਚਾਰ, ਭਾਵ ਪਰਮਾਤਮ ਤਤ ਦੀ ਵਿਚਾਰ। ਪਰਮਾਤਮਾ ਨੂੰ ਹਿਰਦੇ ਵਿੱਚ ਵਸਾਵਣਾ। ਉਹ ਤੇ ਕਰਮ ਹੈ ਪ੍ਰਭੂ ਦੀ ਯਾਦ ਵਿੱਚ ਜੁੜਨਾ, ਪ੍ਰਭੂ ਨੂੰ ਸਮਰਪਿਤ ਹੋ ਜਾਣਾ। ਉਹ ਤੇ ਤੂੰ ਕਰ ਹੀ ਨਹੀਂ ਪਾਉਂਦਾ, ਕਰਮਾਂ ਵਿੱਚ ਹੀ ਵਿਅਸਤ ਹੈ, ਕਰਮ ਕਾਂਡ 'ਚ ਹੀ ਵਿਅਸਤ ਹੈ। ਆਰੰਭ ਵਿੱਚ ਗੁਰਦੇਵ ਫਰਮਾਉਂਦੇ ਨੇ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ। ਸਤਿਗੁਰੂ ਕਹਿੰਦੇ ਨੇ ਹੇ ਕਰਮ ਕਾਂਡਾਂ ਵਿੱਚ ਫਸੇ ਹੋਏ ਜੀਵ, ਤੇਰੇ ਕੀਤੇ ਹੋਏ ਸਾਰੇ ਕਰਮ, ਤੀਰਥਾਂ ਤੇ ਇਸ਼ਨਾਨ, ਵਰਤ ਰੱਖਣੇ, ਪੂਜਾ ਪਾਠ, ਸਤਿਗੁਰੂ ਕਹਿੰਦੇ ਨੇ ਸਾਰੇ ਦਾ ਸਾਰਾ ਆਸਾ ਮਨਸਾ ਕਰਕੇ, ਕਾਮਨਾ ਕਰਕੇ, ਤੇ ਕਾਮਨਾ ਕਰਕੇ ਕੀਤਾ ਹੋਇਆ ਧਾਰਮਿਕ ਕੋਈ ਵੀ ਕਰਮ ਬੰਧਨ ਹੀ ਹੈ। ਮੁਕਤੀ ਦਾ ਮਾਰਗ ਨਹੀਂ, ਬੰਧਨ ਹੈ। ਪਰਮਾਤਮਾ ਦੇ ਮਾਰਗ ਤੇ ਫਿਰ ਕੌਣ ਪਹੁੰਚਦਾ? ਆਪ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ, ਇਹ ਪੰਕਤੀਆਂ ਖੌਰੇ ਕਿਵੇਂ ਆਪਾਂ ਛੱਡ ਜਾਂਦੇ ਜਦ ਕਾਮਨਾ ਦੀ ਲਿਸਟ ਲੈ ਕੇ ਬੈਠਦੇ ਹਾਂ। ਸਤਿਗੁਰੂ ਕਹਿੰਦੇ ਨੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੋ ਪ੍ਰਭੂ ਦੀ ਖਿਦਮਤ ਕਰਦਾ ਹੈ, ਸੇਵਾ ਕਰਦਾ ਹੈ ਨਿਸ਼ਕਰਮ ਹੋ ਕੇ, ਕਾਮਨਾ ਕੋਈ ਨਹੀਂ ਹੈ, ਉਸੇ ਨੂੰ ਸੁਆਮੀ ਪ੍ਰਾਪਤ ਹੁੰਦਾ ਹੈ। ਧਰਮ ਦੇ ਕੀਤੇ ਹੋਏ ਸਾਰੇ ਕਰਮ ਖੜਦੇ ਕਿਧਰੇ ਨੇ, ਕਾਰਨ ਕੀ ਹੈ? ਸਾਰੇ ਕਰਮਾਂ ਨਾਲ ਕਾਮਨਾਵਾਂ ਜੁੜੀਆਂ ਨੇ। ਆਸਾ ਮਨਸਾ ਬੰਧਨੀ ਪਾ, ਇਹੀ ਬੰਧਨ ਹੈ। ਕਰਮ ਧਰਮ ਬੰਧਕਾਰੀ, ਧਰਮ ਦੇ ਨਾਂ ਤੇ ਕੀਤੇ ਜਾ ਰਹੇ, ਮਨਸਾ ਰੱਖ ਕੇ ਕੀਤੇ ਸਭ ਕਰਮ ਬੰਧਨ ਬਣਦੇ ਜਾ ਰਹੇ ਨੇ। ਆਪ ਸਿਆਣੇ ਸੱਜਣੋਂ ਇੱਕ ਵਾਰਤਾ ਕਹਿਣ ਜਾ ਰਹੇ ਹੈ। ਕਿਧਰੇ ਕੋਈ 5-7 ਪ੍ਰੇਮੀ ਸਨ, ਮਿੱਤਰ ਸਨ ਆਪਸ ਵਿੱਚ। ਰਾਤ ਦਾ ਸਮਾਂ, ਇੱਕ ਦਰਿਆ ਨੂੰ ਪਾਰ ਕਰਕੇ ਦੂਸਰੇ ਪਿੰਡ ਜਾਣਾ ਸੀ। ਰਾਤ ਨਸ਼ਾ ਕਰ ਲਿਆ, ਬੇੜੀ ਵਿੱਚ ਅਸਵਾਰ ਹੋਏ। ਬੇੜੀ 'ਚ ਅਸਵਾਰ ਹੋ ਕੇ ਇੱਕ ਦੂਸਰੇ ਨੂੰ ਕਹਿੰਦੇ ਨੇ ਜਲਦੀ ਜਲਦੀ ਚੱਪੂ ਚਲਾਓ, ਸੁਬਾਹ ਹੋਣ ਤੋਂ ਪਹਿਲੇ ਪਹਿਲੇ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਈਏ। ਚੱਪੂ ਚਲਾਉਣੇ ਸ਼ੁਰੂ ਕੀਤੇ, ਨਸ਼ੇ ਵਿੱਚ ਧੁਰਤ ਸਨ। ਪਤਾ ਨਹੀਂ ਕਦੋਂ ਨਿੰਦਰਾ ਆਈ, ਅੱਖ ਲੱਗ ਗਈ, ਸੌਂ ਗਏ। ਸੁਬਾਹ ਹੋਈ, ਇੱਕ ਦੂਸਰੇ ਨੂੰ ਉਠਾ ਲਿਆ। ਜਦ ਬੇੜੀ ਤੋਂ ਥੱਲੇ ਉਤਰੇ ਹੈਰਾਨ ਨੇ, ਰਾਤ ਜਿੱਥੋਂ ਹੀ ਚੜੇ ਸਾਂ ਸੁਬਾਹ ਉੱਥੇ ਉਤਰ ਗਏ, ਦੂਸਰਾ ਕਿਨਾਰਾ ਕਿਉਂ ਨਹੀਂ ਆਇਆ? ਇੱਕ ਦੂਸਰੇ ਨੂੰ ਪੁੱਛਦੇ ਨੇ ਸ਼ਾਇਦ ਚੱਪੂ ਨਹੀਂ ਚਲਾਏ, ਹੱਥ ਦੇਖੋ। ਹੱਥ ਦੇਖਦੇ ਨੇ, ਚੱਪੂ ਚਲਾ ਚਲਾ ਕੇ ਹੱਥਾਂ ਵਿੱਚ ਛਾਲੇ ਪਏ ਹੋਏ ਨੇ। ਚੱਪੂ ਚਲਾਉਣ 'ਚ ਤੇ ਕੋਈ ਕਸਰ ਨਹੀਂ ਛੱਡੀ। ਫਿਰ ਦੂਸਰਾ ਕਿਨਾਰਾ ਕਿਉਂ ਨਹੀਂ ਆਇਆ? ਇੱਕ ਦੀ ਨਿਗਾਹ ਪਈ ਬੇੜੀ ਦੇ ਨਾਲ ਬਾਹਰ ਜੋ ਕਿੱਲਾ ਵੱਜਾ ਸੀ, ਉਹ ਰੱਸਾ ਜੋ ਬੇੜੀ ਨੂੰ ਬੰਨ੍ਹ ਕੇ ਉਸ ਕਿੱਲੇ ਨਾਲ ਬੰਨਿਆ ਸੀ, ਉਸ ਤੇ ਨਿਗਾਹ ਪੈ ਗਈ। ਉਹ ਕਹਿਣ ਲੱਗਾ, ਉਹ ਮਿੱਤਰੋ, ਇੱਕ ਕਰਮ ਬੇੜੀ 'ਚ ਅਸਵਾਰ ਹੋਣ ਤੋਂ ਪਹਿਲੇ ਕਰਨਾ ਸੀ, ਉਹ ਕੀਤਾ ਹੀ ਨਾ। ਐਵੇਂ ਚੱਪੂ ਮਾਰ ਮਾਰ ਆਪਣੇ ਆਪ ਨੂੰ ਘਾਇਲ ਕਰਦੇ ਰਹੇ। ਪਹਿਲੇ ਇਹ ਰੱਸਾ ਖੋਲਣਾ ਸੀ, ਫਿਰ ਚੱਪੂ ਵੀ ਸ਼ਾਇਦ ਇਤਨੇ ਨਾ ਮਾਰਨੇ ਪੈਂਦੇ, ਮੰਜ਼ਿਲ ਆਸਾਨੀ ਨਾਲ ਉਪਲਬਧ ਹੋ ਜਾਂਦੀ। ਬਸ ਜੀਵਨ ਦੀ ਦਾਸਤਾਨ ਵੀ ਕੁਝ ਐਸੀ ਹੈ। ਅਸੀਂ ਸੁਖਮਨੀ ਸਾਹਿਬ ਦੇ ਬੜੇ ਚੱਪੂ ਚਲਾਮਨੇ, ਨਿਤਨੇਮ ਦੇ ਬੜੇ ਚੱਪੂ, ਬੜਾ ਪੂਜਾ ਪਾਠ ਹਰ ਮਜ਼ਹਬ ਵਿੱਚ ਚੱਲ ਰਹੇ, ਪਰ ਕਿਨਾਰਾ ਕੋਈ ਨਹੀਂ ਆ ਰਿਹਾ। ਕਿਉਂ? ਸਾਰੇ ਕੀਤੇ ਹੋਏ ਕਰਮ ਦਾ ਮਨ ਰੂਪੀ ਬੇੜੀ ਦਾ ਰੱਸਾ ਤੇ ਵੱਜਾ ਪਿਆ ਕਾਮਨਾ ਨਾਲ, ਇੱਛਾ ਨਾਲ। ਜਦ ਤੱਕ ਕੋਈ ਇੱਛਾ ਕਾਮਨਾ ਤੋਂ ਮੁਕਤ ਨਹੀਂ ਹੁੰਦਾ, ਇਹ ਮਨ ਰੂਪੀ ਬੇੜੀ ਅਨੰਤ ਦੀ ਯਾਤਰਾ ਤੇ ਨਹੀਂ ਨਿਕਲਦੀ।
जितना मर्जी जब तक मनुख कर लै। सतगुरु कहते ने कामना पहले छड्ड, कामना तो पहले मुक्त हो, फिर हरि दे नाम दे गुण गा के एक दफा देख, कामना तो मुक्त हो के फिर तेनों बादशाहत मिल जाएगी। उसनों बादशाहत मिलती है जो कामना तो मुक्त हो के कर दे प्रभु दा चिंतन, जिसनों बख्शे सिफत सलाह नानक पातशाही। पातशाह, पातशाह ओ है, राजा ओ है जो कामना तो मुक्त है। जिथे कामना जिथे मंग है ओही मंगता है। हजूर कहते ने आसा मनसा रख के कीते गए धर्म दे सारे कर्म बंधन ने, पाप पुण्य जग जाया भाई बिनसै नाम विसारी। हजूर कहते ने सारा जगत मर मर के दोबारा जन्म रहे है, सब तो बड़े बंधना करके पाप पुण्य दे पाए हुए बंधन। गुरबाणी नूं पढ़ के देखना, गुरबाणी पाप नूं भी बंधन कहती है, पुण्य नूं भी बंधन कहती है। सच गल है, पापी इन्ना बज्जा नहीं हुंदा जिन्ना पुन्नी बज्जा हुंदा है। अपराधी इतना बज्जा नहीं हुंदा जितना अपने आप नूं धार्मिक तल ते पेश करने वाला बंधन विच बज्जा हुंदा है। बंधन बंधन ही है। इंज समझना, पाप ओ जंजीर है जिहड़ी लोहे दी है, जिवें किसी ने लोहे दी जंजीरां पाईयां होवण, पाप है। बज्जा ये भी है। पुण्य इस तरह है जिवें किसी नूं सोने दी जंजीरां पा दित्तियां, ते सोने दियां अगर जंजीरां पाईयां होण, वो जंजीरां दिखाई नहीं दिंदियां, वो गहणे लगन लग पैंदियां। ते जिसनूं जंजीरां गहणे दिखाई देण, वो कदी उन्हां तो मुक्त नहीं हो पांदा। कबीर साहब किधरे ऐसा भी कहते ने, पाप पुण्य दोए एक समान। कबीर साहब कहते ने पाप पुण्य ते एक ही यात्रा है। परमात्मा की तरफों पाप पुण्य का निर्माण नहीं है, जगत की तरफों। प्रेम नाल सुनना, जेड़ा एक धरती ते एक देश विच जेड़ा कर्म पाप है ना, वो दूजे देश विच जाके पुण्य हो जाता है। गौर नाल किधरे देखना, ये समाज की घाड़त है सारी। किधरे एक शादी करवावनी पुण्य है, देश बदलिया, धरती बदली, मजहब बदलिया, किधरे एक शादी करना पाप है। किधरे 3-4 ब्याह करने पुण्य ने, ते किधरे 3-4 ब्याह करने पाप है। रशिया विच एक ऐसा कबीला है जिस कबीले विच शादी उस औरत नाल कीती जांदी जिहड़ी पहले गर्भवती होवे। अगर यह घटना हिंदुस्तान की धरती ते घटे तो शायद बड़े लांछन उठाने पैण, उसनूं बड़े पाप सहने पैण। पर हैरान होवोगे तुसीं सुन के, अगर उस कबीले विच ऐसी इस्त्री की शादी किसी पुरुष नाल होवे जिहड़ी गर्भवती नहीं है, उसनूं पाप मनदे ने, अपराध मनदे ने। ये पाप पुण्य की घाड़त जिहड़ी है समाज दे बदलदिआं बदल जाती। कदी हिंदुस्तान की धरती ते ऐसा भी रहे, जदों द्वापर युग की दास्तां सुनिए, घटना तां ही घटी है। किधरे एक इस्त्री 5 पति भी रखती है। सिर्फ द्रौपदी ने ऐसा नहीं किया, इसका मतलब आम मखलूकात विच भी ऐसा रीति रिवाज होवेगा। समय बदलता है, समाज बदलता है, देश बदलता है, हालात बदलता है, समाज के पाप पुण्य की डेफिनेशन भी बदल जाती है। सतगुरु कहते ने पाप पुण्य दे बंधन करके मनुख बज्झा पिया। बार बार इस जगत में आ रहा, पाप भी बंधन है, पुण्य भी बंधन है। ठगी करने वाला शायद इतना ना बज्झा होवे जितना दान देने वाला बज्झा होता है। उसनूं दानी होने का बड़ा गुमान होता है। यही तो कारण है। गुरुद्वारा साहब जी के पखे देखो, उसते भी दानियां दे नां। बंदा गुजर गया, पता नहीं कदों का ना, हले भी वह घूम रहा, पता नहीं किसका ना है, कौन है या नहीं। गुरु घरां दे संग मरमर लगे हुए देखना, सब नावां नाल भरे पे ने, सब बंधन दे कारण ने। किधरे गुरु साहब जी दियां पालकियां देखना, उसते भी नाम उकरे हुए ने। चौर साहब करते हो, उसते भी नाम थले टेलीफोन नंबर भी दिते हुंदे ने। क्या है ये सब? क्या ये धर्म कर्म है? देखण नूं धर्म कर्म है, पुण्य है, पर सतगुरु कहते ने है बंधन ही है, बंधन दा मारे। सतगुरु कहते ने अगर मुक्त होना है, निरा पाप तो मुक्त ना हो, पुण्य तो भी मुक्त हो जा। तेरे द्वारा पुण्य होवे, पर उस पुण्य की हिरदे च कोई पकड़ ना होवे, बंधन ना होवे।
ਜਿਵੇਂ ਸਿਆਣੇ ਕਹਿੰਦੇ ਨੇ, ਇੱਕ ਹੱਥ ਦਾਨ ਕਰੇ ਤੇ ਦੂਸਰੇ ਨੂੰ ਪਤਾ ਨਾ ਚੱਲੇ। ਤੈਨੂੰ ਦਾਨੀ ਹੋਣ ਦਾ ਗੁਮਾਨ ਨਾ ਹੋਵੇ, ਇਹ ਬੰਧਨ ਨਾ ਪਾੜ ਲਈ। ਮੈਂ ਜਪ ਤਪ ਪੂਜਾ ਪਾਠ ਕਰ ਰਿਹਾ, ਦੂਸਰਾ ਨਹੀਂ ਕਰਦਾ, ਉਸ ਨਾਲ ਘਿਰਣਾ ਨਾ ਕਰੀਏ, ਵੀ ਬੰਧਨ ਪੈ ਜਾਏਗਾ। ਮੁਹੰਮਦ ਦੇ ਜੀਵਨ ਦੀ ਇੱਕ ਘਟਨਾ ਹੈ। ਇਹਨਾਂ ਦਾ ਦੋਤਰਾ ਸੀ ਹਸਨ, ਕਹਿੰਦਾ ਮੁਹੰਮਦ ਜਦ ਸੁਬਾਹ ਨਮਾਜ਼ ਪੜ੍ਹਨ ਜਾਓਗੇ ਮੈਨੂੰ ਵੀ ਨਾਲ ਲੈ ਜਾਣਾ। ਛੋਟਾ ਸੀ ਹੱਲੇ। ਮੁਹੰਮਦ ਕਹਿੰਦੇ ਨੇ ਤੇਰੀ ਉਮਰ ਛੋਟੀ ਹੈ, ਤੂੰ ਹੱਲੇ ਜਿੱਦ ਨਾ ਕਰ, ਤੂੰ ਸ਼ਾਮ ਦੀ ਨਮਾਜ਼ ਪੜ੍ਹ ਲਿਆ ਕਰ, ਇਤਨੀ ਬੜੀ ਹੈ। ਨਹੀਂ, ਮੈਂ ਜਾਣਾ ਹੈ ਨਾਲ। ਮੁਹੰਮਦ ਇਸ ਨੂੰ ਲੈ ਗਏ ਅਰਬ ਦਾ ਇਲਾਕਾ। ਨਮਾਜ਼ ਪੜ੍ਹ ਕੇ ਇਬਾਦਤ ਗਾਹ ਵਿੱਚੋਂ ਵਾਪਸ ਆ ਰਹੇ ਨੇ ਤੇ ਮੱਠੀ ਮੱਠੀ ਹਵਾ ਚੱਲਦੀ ਹੈ। ਕੁਝ ਲੋਕ ਛੱਤਾਂ ਤੇ ਸੁੱਤੇ ਨੇ, ਪੁਰਾਣਾ ਸਮਾਂ, ਕੁਝ ਆਂਗਣ ਵਿੱਚ, ਕੁਝ ਬਾਹਰ ਸੁੱਤੇ ਨੇ। ਸੁਬਾਹ ਸੁਬਾਹ ਇਹਨਾਂ ਸੁੱਤੇ ਹੋਏ ਲੋਕਾਂ ਨੂੰ ਦੇਖ ਕੇ ਹਸਨ ਰੁਕ ਜਾਂਦਾ ਹੈ। ਹਸਨ ਕਹਿੰਦਾ ਵਾਹ ਮੇਰੇ ਨਾਨਾ, ਬੜੇ ਪਾਗਲ ਲੋਕ ਨੇ, ਬੜੇ ਕਾਫਰ ਲੋਕ ਨੇ। ਆਹ ਸਮਾਂ ਤੇ ਖੁਦਾ ਨਾਲ ਜੁੜਨ ਦਾ ਸੀ, ਕਾਫਰ ਖੁਦਾ ਤੋਂ ਟੁੱਟ ਕੇ ਨਿੰਦਰਾ ਵਿੱਚ ਸਮਾਂ ਗੁਜ਼ਾਰ ਰਹੇ ਨੇ। ਮੁਹੰਮਦ ਨੇ ਹਸਨ ਦੀ ਬਾਜੂ ਪਕੜੀ, ਕਹਿਣ ਲੱਗੇ ਚੱਲ ਮੇਰੇ ਨਾਲ ਵਾਪਸ ਇਬਾਦਤ ਗਾਹ ਵਿੱਚ। ਆਪਣੀ ਤੇ ਨਮਾਜ਼ ਨਸ਼ਟ ਕੀਤੀ ਮੇਰੀ ਵੀ ਕਰ ਦਿੱਤੀ। ਕਿਉਂ ਨਸ਼ਟ ਕਰ ਦਿੱਤੀ? ਮੁਹੰਮਦ ਕਹਿਣ ਲੱਗੇ ਜਪ ਤਪ ਕਰਕੇ, ਖੁਦਾ ਦਾ ਬੰਦਗੀ ਕਰਕੇ, ਇਬਾਦਤ ਕਰਕੇ, ਚਾਹੀਦਾ ਤਾਂ ਇੰਜ ਸੀ ਤੈਨੂੰ ਆਪਣੇ ਅੰਦਰ ਦਾ ਕਾਫਰਪੁਣਾ ਦਿਖਾਈ ਦਿੱਤਾ। ਜਪ ਤਪ ਕਰਕੇ, ਪੂਜਾ ਪਾਠ ਕਰਕੇ ਤੈਨੂੰ ਦੂਜੇ ਕਾਫਰ ਦਿਖਾਈ ਦੇਣ ਲੱਗ ਪਏ। ਇਹ ਤੇ ਗੱਲ ਉਲਟੀ ਹੋ ਗਈ। ਇਹ ਪੂਜਾ ਪਾਠ ਦਾ ਸਹੀ ਉਪਯੋਗ ਨਾ ਕਰ ਪਾਇਆ। ਹੁੰਦਾ ਇੰਜ ਹੀ, ਇਹ ਬੰਦਾ ਜਪਜੀ ਸਾਹਿਬ ਦਾ ਇੱਕ ਪਾਠ ਕਰ ਲੈਣਾ, ਸਭ ਮਨਮੁਖ ਦਿਖਾਈ ਦਿੰਦੇ ਨੇ। ਕਿਧਰੇ ਐਸਾ ਵੀ ਦੇਖਦਾ ਹੈ, ਕਈ ਦਫਾ ਕਥਾ ਕਰਦੇ ਹੁੰਦੇ ਸਟੇਜ ਤੇ, ਕੋਈ ਪ੍ਰੇਮੀ ਭੁਲੇਖੇ ਨਾਲ ਅੰਦਰ ਨੰਗੇ ਸਿਰ ਆ ਜਾਏ ਤੇ ਕੁਝ ਪ੍ਰੇਮੀ ਐਸੀ ਉਹਦੀ ਦੁਰਦਸ਼ਾ ਕਰ ਦਿੰਦੇ ਨੇ ਨਾ, ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ ਹੁੰਦਾ ਭੁਲੇਖੇ ਵਿੱਚ ਹੀ ਹੈ। ਪਰ ਕਹਿਣ ਦਾ ਢੰਗ ਇਤਨਾ ਨਿਕ੍ਰਿਸ਼ਟ ਹੁੰਦਾ ਹੈ ਜਿਵੇਂ ਸਾਰੀ ਗੁਰਮੁਖਤਾ ਹੀ ਇਹਦੇ ਅੰਦਰ ਹੀ ਵੜ ਗਈ ਹੈ। ਇਹ ਕੋਈ ਧਰਮ ਹੈ? ਧਰਮ ਤੇ ਸਦਭਾਵਨਾ ਦਿੰਦਾ ਹੈ, ਪ੍ਰੇਮ ਦਿੰਦਾ ਹੈ। ਪਰ ਇਹ ਜਾਣ ਨਾ ਪਾਇਆ ਇਹ ਪਰਮ ਰਹੱਸ। ਸਤਿਗੁਰੂ ਕਹਿੰਦੇ ਨੇ ਪਾਪ ਨੂੰ ਵੀ ਛੋੜ ਦੇ, ਪੁੰਨ ਨੂੰ ਵੀ ਛੋੜ ਦੇ, ਤੇ ਪਾਪ ਪੁੰਨ ਜਗ ਜਾਇਆ ਭਾਈ, ਬਿਨ ਸੈ ਨਾਮ ਵਿਸਾਰੀ। ਪਾਪ ਪੁੰਨ ਦੇ ਬੰਧਨ ਕਰਕੇ ਜਗਤ ਪੈਦਾ ਹੁੰਦਾ, ਮਰ ਰਿਹਾ। ਨਾਮ ਨੂੰ ਵਿਸਾਰ ਕੇ ਇਸ ਜਗਤ ਵਿੱਚੋਂ ਆਪਣੀ ਆਤਮ ਤੱਤਵ ਨੂੰ ਨਾ ਉਪਲਬਧ ਕਰਕੇ ਜਗਤ ਵਿੱਚੋਂ ਜੀਵਨ ਵਿਅਰਥ ਕਰ ਰਿਹਾ ਹੈ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਹਜ਼ੂਰ ਕਹਿੰਦੇ ਨੇ ਇਸ ਮਾਇਆ ਨੇ ਜਗਤ ਨੂੰ ਮੋਇਆ ਹੋਇਆ ਤੇ ਮਨੁੱਖ ਦੇ ਮਾਇਆ ਵਸ ਕੀਤੇ ਹੋਏ ਸਾਰੇ ਧਾਰਮਿਕ ਕਰਮ ਬੇਕਾਰ ਨੇ, ਕਿਧਰੇ ਨਹੀਂ ਖੜਦੇ। ਸਤਿਗੁਰੂ ਕਹਿੰਦੇ ਨੇ ਮਾਇਆ ਕਰਕੇ ਵਿਦਿਆ ਵੇਚ ਰਿਹਾ, ਮਾਇਆ ਕਰਕੇ ਕਥਾ ਕੀਰਤਨ, ਮਾਫ ਕਰਨਾ, ਸਿਰਫ ਮਾਇਆ ਕੇ ਅੰਦਰ ਨਾ ਹੋਵੇ। ਰੁਜ਼ਗਾਰ ਤਾਂ ਹੈ ਹੀ, ਰੁਜ਼ਗਾਰ ਤਾਂ ਹੈ, ਸਿਰਫ ਮਾਇਆ ਕੇ ਅੰਦਰ ਨਾ ਹੋਵੇ, ਇਸ ਤੋਂ ਉੱਪਰ ਦੀ ਵੀ ਦਾਸਤਾਂ ਕੁਝ ਹੋਵੇ। ਜੋ ਐਸੇ ਧਰਮ ਕਰਮ ਵਿੱਚ ਉਤਰ ਜਾਂਦਾ ਹੈ, ਜੋ ਸਿਰਫ ਆਤਮਿਕ ਤਲ ਦੀ ਯਾਤਰਾ ਕਰਵਾਵਣ, ਐਸਾ ਵਿਅਕਤੀ ਹੀ ਪ੍ਰਭੂ ਦੇ ਨਿਕਟ ਹੋ ਪਹੁੰਚਦਾ ਹੈ। ਸ਼ਬਦ ਗਹਿਣ ਹੈ। ਅਗਲੀਆਂ ਪੰਕਤੀਆਂ ਕੱਲ ਦੀ ਹਾਜ਼ਰੀ ਵਿੱਚ ਆਪ ਜੀ ਦੇ ਸਮਕਸ਼ ਰੱਖਣ ਦਾ ਪ੍ਰਯਤਨ ਕਰਾਂਗਾ। ਆਪ ਜੀ ਨੇ ਅਤਿਅੰਤ ਪ੍ਰੇਮ ਸਹਿਤ ਸਰਵਣ ਕੀਤਾ ਹੈ। ਸਭ ਦਾ ਧੰਨਵਾਦ। ਸਤਿਗੁਰੂ ਸਭ ਨੂੰ ਦਰੋਂ ਘਰੋਂ ਟੁੱਟ ਕੇ ਪ੍ਰੇਮ ਪਿਆਰ, ਹਿਰਦੇ ਦੀ ਥਿਰਤਾ, ਕਰਮ ਕਾਂਡ ਤੋਂ ਉੱਪਰਲਾ ਅਧਿਆਤਮਿਕ ਜੀਵਨ ਬਖਸ਼ਿਸ਼ ਕਰਨ। ਰਹਾਉ ਦੀਆਂ ਪੰਕਤੀਆਂ ਸਰਵਣ ਕਰੋ ਔਰ ਸਮਾਪਤੀ ਹੈ ਜੀ। ਸੁਣ ਪੰਡਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ,